ਤੇ ਮੈਂ ਰਿਟਾਇਰ ਹੋ ਚੁੱਕਾ ਵਾਂ। ਈਦ ਦਾ ਮੈਨੂੰ ਪਤਾ ਚੱਲਿਆ ਕਿ ਪੈਨਸ਼ਨਾਂ ਜਿਹੜੀਆਂ ਪਹਿਲੇ ਮਿਲ ਜਾਣਗੀਆਂ। ਚੈੱਕ ਕੈਸ਼ ਕਰਵਾਇਆ ਤੇ ਪੈਸੇ ਮਿਲ ਗਏ ਮੈਨੂੰ। ਘਰ ਹੈ, ਮੈਨੂੰ ਪਤਾ ਮੇਰੇ ਬੱਚਿਆਂ ਦਾ ਘਰ ਹੈ ਤੇ ਮੇਰਾ ਹੀ ਹੈ। ਮੈਂ ਸਾਰਾ ਕੁਝ ਲਾ ਕੇ ਇਸ ਤਰ੍ਹਾਂ ਜ਼ਮੀਨ ਤੇ ਰੱਖ ਦਿੱਤਾ, ਆਪ ਸੌਂ ਗਿਆ ਮੈਂ। ਉਹਨਾਂ ਜੇਬ 'ਚ ਪੈਸੇ ਕੱਢ ਲਿੱਤੇ। ਤੁਹਾਡੇ ਪੈਸੇ ਉਹਨਾਂ ਨੇ ਦੂਸਰੀ ਬਹੂ ਨੇ ਗਵਾਹੀ ਦਿੱਤੀ ਤੁਹਾਡੀ। ਉਹਨੇ ਕਿਹਾ ਮੇਰੇ ਸਾਹਮਣੇ ਤਾਂ ਪੈਸੇ ਕੱਢਣੇ, ਹੁਣ ਜ਼ਮੀਨ ਖਾ ਗਈ ਉਹਦੇ ਪੈਸੇ। ਆਪਸ 'ਚ ਲੜਾਈ ਝਗੜਾ, ਨਵਾਂ ਵਾਈਫ ਤੇ ਕਾਲ ਕਰਕੇ ਤੇ ਮੈਨੂੰ ਫੌਰੀ ਦੇਰ ਅੰਦਰ ਥਾਣੇ ਸ਼ੇਰਾ ਭੇਜ ਦਿੱਤਾ। 15 ਤੇ ਕਿੰਨੇ ਕਾਲ ਕੀਤੀ? ਇਹਨੇ ਰਾਬਿਆ ਬੀਬੀ ਨੇ। ਉਹਨਾਂ ਨੂੰ ਮੈਂ ਕਲਪਦਾ ਰਿਹਾ ਵਾਂ ਪੁਲਿਸ ਵਾਲਿਆਂ ਨੂੰ ਕਿ ਸਾਰੇ ਗਲਤ ਕਰ ਰਹੀ ਵੀ ਇਹ ਝੂਠ ਮਾਰਦੀ ਏ। ਉਹਨਾਂ ਨੂੰ ਉਲਟਾ ਕਹਿੰਦੀ ਮੈਂ ਇਹਦੇ ਕੋਲੋਂ 20,000 ਰੁਪਇਆ ਲੈਣਾ। ਥਾਣੇ ਦਾ ਮੁਲਾਜ਼ਮ ਸੀ, ਉਹਨੇ ਬਕਾਇਦਾ ਉਹ ਸਣੀ ਨੂੰ ਕੁੱਟਣ ਲੱਗ ਪਿਆ। ਬੇਟੇ ਨੂੰ ਤੁਹਾਡੇ? ਹਾਂਜੀ, ਉਹਨੂੰ ਕੰਨ ਫੜਾ ਦਿੱਤੇ, ਉਹਨੂੰ ਮਾਰਿਆ ਕਿ ਤੂੰ ਬੋਲਣਾ ਉੱਚੀ, ਮੇਰੇ ਸਾਹਮਣੇ ਕਿਉਂ ਬੋਲਿਆ ਤੂੰ? ਮੈਂ 32 ਸਾਲ ਨੌਕਰੀ ਕਰਕੇ ਵੀ ਸਕੂਲ ਨਹੀਂ ਲੈ ਸਕਦਾ। ਲਾਦ ਨਹੀਂ ਮੈਂ ਜ਼ਿੰਦਗੀ ਖਰਾਬ ਕੀ ਮੇਰਾ ਸਾਥ ਕੋੜੀ ਤੇਰਾ। ਇੱਕ ਮਿਸਾਲ ਪੰਜਾਬੀ ਦੀ ਆਵੇ ਵਗੜਿਆ, ਇੱਕ ਦੂਸਰੇ ਨੂੰ ਵੇਖ ਕੇ ਸਾਰੀਆਂ ਖਰਾਬ ਹੋ ਜਾਂਦੀਆਂ ਨੇ। अस्सलाम वालेकुम नाज़रीन, मैं हूं आपका मेज़बान मुश्ताक खान लोधी। नाज़रीन, आज हम मौजूद है दाता साहब के बाहर एक फुटपाथ पे बैठे एक शख्स से एक उसकी दास्तान सुनाएंगे। एक बूढ़े बाप की जिसके 6 बेटे हैं लेकिन दरबदर है, सड़कों पे है। आइए बात करते हैं उससे कि क्या माजरा है, क्यों वो 6 बेटों का बाप सड़कों पे क्यों दरबदर है। अस्सलाम वालेकुम। वालेकुम सलाम जी। हाँ जी, क्या नाम है आपका? रशीद मेरा नाम है जी। रशीद साहब। रशीद साहब क्या करते हैं आप? सर मैं गवर्नमेंट डिपार्टमेंट बिल्डिंग डिपार्टमेंट च मैं टूर ऑपरेटर था। मैं रिटायर हो चुका वहाँ। रिटायर हो गए हैं अब? कितनी उम्र है? तकरीबन 65 साल उम्र। 60 साल, 5 साल हो गए रिटायर हुए। अच्छा, मुझे बताएं कि क्या वाकया हुआ, किस तरह से हुआ, क्या चीज़ हुई? सर मैं ईद आई सी, ईद का मैंने पता चला कि पेंशनां ਜਿਹੜੀਆਂ ਪਹਿਲੇ ਮਿਲ ਜਾਣਗੀਆਂ। मैं अचानक बैंक गया तो मैं ਉੱਥੇ जाके अपना चेक कैश करवाया तो पैसे मिल गए मैनू। मैं बड़े आसानी कितनी पेंशन है? 15,000 रुपया। 15,000। बड़ी खुशी नाल मैं आया गया, अपने घर आया। मैं आके अपनी बहू ਨੂੰ 1,000 रुपया ਦਿੱਤਾ। मैं कहा बेटा ला कोई सब्जी सुब्जी मंगा ला, बाकी पैसे। बच्चे ਹੈਗੇ ਨੇ? ਕਿੰਨੇ ਬੱਚੇ ਨੇ? मेरे बच्चा सारे जवान ने जी। ਕਿੰਨੇ ਨੇ? बेटे 6 ने मेरे। 6 बेटे। हाँ जी। ਦੱਸੋ ਕੀ ਹੋਇਆ, ਤੁਸੀਂ ਪੈਸੇ ਲੈ ਕੇ? हाँ जी, मैं आया, मैं अपनी बहू ਨੂੰ अपनी आख्या कि बेटा ਇਹ पैसे ਲੈ ਤੇ ਕੋਈ सब्जी सुब्जी ਲੈ ਕੇ ਪਕਾ ਲਓ। मैं ਉਹਨੂੰ पैसे दे के ਤੇ ਸੌਂ ਗਿਆ। ਥੱਲੇ ਨੀਚੇ ਮੇਰੀ ਬਹੂ ਰਹਿੰਦੀ ਏ ਰਾਬਿਆ ਨੇ ਆ ਕੇ ਮੈਨੂੰ ਸੁੱਤੇ ਪੈ ਦੇ ਮੈਨੂੰ ਆਪਣੇ ਥੱਲੇ ਘਰ ਲੈ ਗਈ ਅੰਦਰ। ਮੈਂ ਉੱਥੇ ਜਾ ਕੇ ਕਹਿੰਦੀ ਅੱਬੂ ਜੀ ਇੱਥੇ ਸੌਂ ਜਾਓ, ਤੁਸੀਂ ਉੱਤੇ ਗਰਮੀ 'ਚ ਕਿਉਂ ਸੁੱਤੇ? ਮੈਂ ਥੱਲੇ ਸੌਂ ਗਿਆ। ਉੱਥੇ ਮੇਰੀ ਇੱਕ ਕਮੀਜ਼ ਗੱਲ ਦੀ ਮੈਂ ਤਾਰ ਕੇ ਮੈਂ ਉੱਥੇ ਰੱਖ ਦਿੱਤੀ ਹੈ। ਜਦੋਂ ਮੇਰਾ ਘਰ ਹੈ, ਮੈਨੂੰ ਪਤਾ ਮੇਰੇ ਬੱਚਿਆਂ ਦਾ ਘਰ ਹੈ ਤੇ ਮੇਰਾ ਹੀ ਹੈ। ਮੈਂ ਸਾਰਾ ਕੁਝ ਲਾ ਕੇ ਇਸ ਤਰ੍ਹਾਂ ਜ਼ਮੀਨ ਤੇ ਰੱਖ ਦਿੱਤਾ, ਆਪ ਸੌਂ ਗਿਆ ਮੈਂ। ਉਹਨਾਂ ਜੇਬ 'ਚ ਪੈਸੇ ਕੱਢ ਲਿੱਤੇ। ਜਦੋਂ ਪੈਸੇ ਕੱਢ ਲਿੱਤੇ ਤੇ ਮੈਂ ਸ਼ੋਰ ਕੀਤਾ ਤੇ ਮੇਰੇ ਤੇ ਉਹਨਾਂ ਨੇ ਪਾ ਦਿੱਤਾ ਕਿ ਗਲਤ ਕਰ ਰਹੇ ਜੀ ਸਾਨੂੰ, ਤੇ ਪੈਸੇ ਪੂਸੇ ਅਸੀਂ ਕੋਈ ਨਹੀਂ ਕੱਢੇ, ਸਾਡੇ ਨਾਲ ਝੂਠ ਮਾਰ ਕੇ ਸਾਨੂੰ ਜ਼ਲੀਲ ਕਰਦਾ ਪਿਆ। ਉਤਲੀ ਨੌਂ ਨੇ ਕਿਹਾ, ਕਿਰਨ ਨੇ ਜਿਹੜੀ ਉੱਤੇ ਵੇ, ਉਹਨੇ ਕਿਹਾ ਮੇਰੇ ਸਾਹਮਣੇ ਤਾਂ ਪੈਸੇ ਕੱਢਣੇ, ਹੁਣ ਜ਼ਮੀਨ ਖਾ ਗਈ ਉਹਦੇ ਪੈਸੇ। ਤੁਹਾਡੇ ਪੈਸੇ ਉਹਨਾਂ ਨੇ ਦੂਸਰੀ ਬਹੂ ਨੇ ਗਵਾਹੀ ਦਿੱਤੀ ਤੁਹਾਡੇ? ਹਾਂਜੀ, ਮੇਰੇ ਹੱਕ 'ਚ ਮੇਰੀ ਬਹੂ ਨੇ, ਜਿਹੜੀ ਕਿਰਨ ਹੈ ਬੀਬੀ ਇਹਨਾਂ ਨੇ ਮੇਰੇ ਹੱਕ 'ਚ ਗਵਾਹੀ ਦਿੱਤੀ ਕਿ ਅਸੀਂ ਖੁਦ ਵੇਖਣੇ ਪੈਸੇ ਉਹਦੇ ਕੋਲ ਹੀ ਗਏ ਸਾਨੂੰ, ਤੇ ਉਹ ਤੁਹਾਨੂੰ ਜ਼ਮੀਨ ਖਾ ਗਈ। ਤੁਸੀਂ ਰਾਤ ਨੂੰ 9 ਵਜੇ ਤੇ ਤੁਸੀਂ ਕਹਿੰਦੇ ਜੇ ਭਜੇ ਕਿ ਉਹ ਸਾਨੂੰ ਨਹੀਂ ਪਤਾ ਹੈਗੇ, ਉਹਨਾਂ ਨੇ ਕੱਢੇ ਹੋਣਗੇ। ਆਪਸ 'ਚ ਲੜਾਈ ਝਗੜਾ, ਨਵਾਂ ਵਾਈਫ ਤੇ ਕਾਲ ਕਰਕੇ ਤੇ ਮੈਨੂੰ ਫੌਰੀ ਦੇਰ ਅੰਦਰ ਥਾਣੇ ਸ਼ੇਰਾਕੋਟ 'ਚ ਭੇਜ ਦਿੱਤਾ। 15 ਤੇ ਕਿੰਨੇ ਕਾਲ ਕੀਤੀ? ਇਹਨੇ ਰਾਬਿਆ ਬੀਬੀ ਨੇ। ਕਿੰਨੇ ਪੈਸੇ ਕੱਢੇ? ਹਾਂਜੀ, ਜਿਹਨੇ ਪੈਸੇ ਕੱਢੇ ਨੇ। ਜੇ 15 ਤੇ ਉਹਨਾਂ ਨੂੰ ਮੈਂ ਕਲਪਦਾ ਰਿਹਾ ਵਾਂ ਪੁਲਿਸ ਵਾਲਿਆਂ ਨੂੰ ਕਿ ਸਾਰੇ ਗਲਤ ਕਰ ਰਹੀ ਵੀ ਇਹ ਝੂਠ ਮਾਰਦੀ ਏ। ਉਹਨਾਂ ਨੂੰ ਉਲਟਾ ਕਹਿੰਦੀ ਮੈਂ ਇਹਦੇ ਕੋਲੋਂ 20,000 ਰੁਪਇਆ ਲੈਣਾ ਤੇ ਝੂਠ ਮਾਰਦਾ, ਮੇਰੇ ਪੈਸੇ ਨਹੀਂ ਦੇ ਰਿਹਾ, ਮੇਰੇ ਤੋਂ ਉਲਟਾ ਮੇਰੇ ਤੇ ਪਾ ਰਿਹਾ। ਮੇਰੇ ਕੋਲ ਮੈਂ ਇਹਦੇ ਤੋਂ 20,000 ਰੁਪਇਆ ਲੈਣਾ। ਮੇਰੇ ਬੇਟੇ ਨੇ ਕਿਹਾ, ਰਾਬਿਆ ਦੇ ਆਦਮੀ ਨੇ, ਹਨੀ ਨੇ, ਉਹਨੇ ਕਿਹਾ ਨਹੀਂ ਸਰ ਮੇਰੇ ਬਾਪ ਨੇ ਕਦੀ ਕਿਸੇ ਕੋਲ ਪੈਸੇ ਨਹੀਂ ਮੰਗੇ। ਇਸ ਵਜ੍ਹਾ ਤੋਂ ਜਿਹੜਾ ਥਾਣੇ ਦਾ ਮੁਲਾਜ਼ਮ ਸੀ, ਉਹਨੇ ਬਕਾਇਦਾ ਉਹ ਸਣੀ ਨੂੰ ਕੁੱਟਣ ਲੱਗ ਪਿਆ। ਬੇਟੇ ਨੂੰ ਤੁਹਾਡੇ? ਹਾਂਜੀ, ਉਹਨੂੰ ਕੰਨ ਫੜਾ ਦਿੱਤੇ, ਉਹਨੂੰ ਮਾਰਿਆ ਕਿ ਤੂੰ ਬੋਲਣਾ ਉੱਚੀ, ਮੇਰੇ ਸਾਹਮਣੇ ਕਿਉਂ ਬੋਲਿਆ ਤੂੰ? ਜੋ ਔਰਤ ਕਹਿ ਰਹੀ ਉਹ ਸਹੀ ਕਹਿ ਰਹੀ ਹੈ ਜਨਾਬ, ਉਹਨਾਂ ਸਾਡੀ ਨਹੀਂ ਸੁਣੀ। ਅੱਛਾ, ਬਾਕੀ ਤੁਹਾਡੇ ਸਾਰੇ ਬੇਟੇ ਤੇ ਬਹੂਆਂ ਤੁਹਾਡੇ ਨਾਲ ਨੇ? ਹਾਂਜੀ, ਇੱਕ ਬਹੂ ਨੇ ਸਿਰਫ? ਹਾਂਜੀ, ਇੱਕ ਹਰਕਤ ਕੀਤੀ ਉਹਨੇ। ਅੱਛਾ, ਫਿਰ ਸਰ ਉਹ ਮੈਨੂੰ ਬੰਦ ਕਰਤਾ। ਮੈਂ 3 ਦਿਨ ਉੱਤੇ ਬੰਦ ਰਿਹਾ ਵਾਂ। ਅੱਜ ਚਲਾ ਦੇਣਾ ਥਾਣੇ 'ਚ? ਮੇਰੀ ਬਹੂ ਨੇ। ਨਹੀਂ, ਥਾਣੇ 'ਚ ਬੰਦ ਰਹੇ थे? ਥਾਣੇ 'ਚ ਹਵਾਲਾਤ 'ਚ ਅੰਦਰ ਕਰਤਾ ਮੈਨੂੰ ਬਗੈਰ ईद के दिनों में? ਬਗੈਰ ਮੈਡੀਕਲ ਤੋਂ। ਕੋਈ ਸਰਟੀਫਿਕੇਟ ਨਹੀਂ, ਕਿਸੇ ਡਾਕਟਰ ਨੂੰ ਚੈੱਕ ਕੀਤਾ ਵੀ ਇਹਨੇ ਮਾਰਿਆ ਜਾਂ ਕੋਈ ਸਿਰ ਪਾੜਦਾ ਕਿਸੇ ਦਾ, ਇਹਨੂੰ ਤਾਂ ਇਹਦਾ ਹਵਾਲਾਤ 'ਚ ਆਦਮੀ ਨੂੰ ਤਾਂ ਬੰਦ ਕਰੀਦਾ। ਤੇ ਪਹਿਲੇ ਮੈਨੂੰ ਉਹਨਾਂ ਨੇ ਹਵਾਲਾਤ 'ਚ ਬੰਦ ਕਰ ਦਿੱਤਾ, ਮੇਰੇ ਬੇਟੇ ਨੂੰ ਵੀ ਤਾਂ ਮੈਨੂੰ ਵੀ।
3 ਦਿਨ ਰੋਜ਼ਾਨਾ ਕਦੀ ਪਤਾ ਲੱਗਣਾ ਜੀ ਅੱਜ 5000 ਮੰਗ ਰਹੇ ਵੇ, ਅੱਜ ਬਾਕੀ ਬੇਟੀਆਂ ਨੇ ਕੁਝ ਨਹੀਂ ਕੀਤਾ ਛੁਡਾਉਣ? ਸਾਰੇ ਕਹਿੰਦੇ ਸਨ ਜੀ, ਉਹ ਕਹਿੰਦੇ ਹਨ ਜਿਹੜੀ ਜਿਹਨੇ ਕੇਸ ਬਣਾਇਆ ਹੈ ਨਾ ਉਹ ਛੜਾ ਸਕਦੀ ਇਹਨੂੰ, ਹੋਰ ਕੋਈ ਨਹੀਂ। ਨਹੀਂ, ਉਹ ਜ਼ਮਾਨਤ ਕਰਾ ਸਕਦੇ ਸੀ ਤੁਹਾਡੀ? ਜ਼ਮਾਨਤ ਤੇ ਆਇਆ ਮੈਂ ਬਾਹਰ ਫਿਰ। ਅੱਛਾ, ਜ਼ਮਾਨਤ ਤੇ? ਹਾਂਜੀ ਜ਼ਮਾਨਤ ਤੇ ਆਇਆ। 3 ਦਿਨ ਬਾਅਦ? 3 ਦਿਨ ਈਦ ਦੇ ਦਿਨਾਂ 'ਚ? ਹਾਂਜੀ 3 ਦਿਨਾਂ ਦੇ ਵਿੱਚ 3 ਦਿਨ ਮੈਂ ਅੰਦਰ ਰਿਹਾ। ਆਖਰੀ ਦਿਨ ਸੀ ਈਦ ਦਾ ਅੱਗੇ ਸ਼ੁਰੂ ਹੋਣੇ ਸੀ ਤਾਂ ਫਿਰ ਮੇਰੀ ਜ਼ਮਾਨਤ ਹੋਈ, ਮੈਂ ਫਿਰ ਬਾਹਰ ਆਇਆ ਵਾਂ। ਤੇ ਅੱਜ ਮੈਂ ਉਸ ਹਵਾਲਾਟ ਤੋਂ ਵੀ ਭੈੜਾ ਗੁਜ਼ਾਰਨਾ ਪਿਆ ਟਾਈਮ। ਜੇਲ੍ਹ ਤੋਂ ਹੀ ਭੈੜਾ, ਵੇਖੋ ਕਿੱਥੇ ਗੁਜ਼ਾਰ ਰਿਹਾ ਮੈਂ 32 ਸਾਲ ਨੌਕਰੀ ਕਰਕੇ ਵੀ ਸਕੂਨ ਨਹੀਂ ਲੈ ਸਕਦਾ। ਜਿਸ ਲਾਦ ਲਈ ਮੈਂ ਜ਼ਿੰਦਗੀ ਖਰਾਬ की थी, उन्होंने मेरा साथ को नहीं दे रहा। तो आपके अब बेटे ने कोई कार्रवाई नहीं की बहू के खिलाफ? सारे डरते जी, वो जरा पैसे वाली है। मेरी बहू जी उन्होंने को पैसे ना 4 जो बच्चा ने डेली कमा कर पैसे कहते ने बेटे नहीं देते? हाँ जी बेटे दे ही हुए ना? हाँ जी 4 पैसे वो बेटा भी तो पैसे वाला ही। ਉਹ ਬੇਟੀ ਨੇ ਬਹੂ ਨੇ ਮੈਨੂੰ ਫੜਾਇਆ ਨਾ, ਉਹ ਕਹਿੰਦੀ ਮੈਂ ਪੈਸੇ ਧਾਰੇ ਚੁੱਕ ਕੇ ਨਾ ਤੇ ਤੈਨੂੰ ਛੜਾਇਆ, ਉਹ ਪੈਸੇ ਵੀ ਦੇ ਮੈਨੂੰ। ਮੈਂ ਕਿਹਾ ਜਿਹੜੇ ਮੇਰੇ ਘਰੋਂ ਗਵਾਈਏ ਨੇ ਉਹਨਾਂ ਦਾ ਪਹਿਲੇ ਸੋਚੋ। ਪਹਿਲੇ ਤੁਹਾਡੇ ਤੇ ਕੇਸ ਕੀਤਾ, ਫਿਰ ਛੁਡਾਇਆ ਵੀ ਕਹਿੰਦੀ ਮੈਂ ਹੀ। ਹਾਂ ਤੇ ਉਹ ਜਿਹੜਾ ਮੇਰੇ ਪੈਸੇ, ਮੈਂ ਕਿਹਾ ਮੇਰੀ ਜਿਹੜੀ ਪੈਨਸ਼ਨ ਗਵਾਚੀ ਹੈ ਉਹ ਦੇ ਦਿਓ। ਮੈਂ ਕਿਹਾ ਹੁਣ ਤੂੰ ਹੋਰ ਪੈਸੇ ਵੀ ਪਾ ਰਹੀ ਮੇਰੇ ਤੇ। ਨਹੀਂ ਅਸੀਂ ਤੂੰ ਨਹੀਂ ਰੱਖਣ ਦੇ ਲਾਇਕ, ਫਿਰ ਤੂੰ ਇੱਥੇ ਨਿਕਲ ਜਾ। ਮੈਂ ਅੱਜ ਫੁੱਟਪਾਥ 'ਚ ਆ ਕੇ ਤੁਹਾਡੇ ਸਾਹਮਣੇ ਆ ਕੇ ਬੈਠਾ। ਬਾਕੀ ਬੇਟੇ ਬਹੂ ਹੈ ਕੋਈ ਨਹੀਂ ਰੱਖ? ਸਾਰੇ ਮੈਨੂੰ ਕਹਿੰਦੇ ਰਹੇ ਨੇ 1000 ਰੁਪਏ ਜਾ। ਮੈਂ ਕਿਹਾ ਨਹੀਂ, ਮੈਂ ਭਾਈ ਇਹਨਾਂ 'ਚ ਨਹੀਂ ਰਹਿਣਾ ਚਾਹੁੰਦਾ, ਮੇਰੇ 'ਚ ਨਹੀਂ ਤੇ ਇਹ ਹਿੰਮਤ ਰਹਿ ਗਈ। ਅੱਜ ਇਹ ਮੇਰੇ ਵੇਖ ਕੇ ਕੱਲ ਨੂੰ ਕੋਈ ਦੂਸਰੇ ਦਾ ਵੀ ਹੌਸਲਾ ਖੁੱਲੇਗਾ ਕਿ ਉਹਨੇ ਚੰਗਾ ਕੀਤਾ ਸੀ। ਮੈਂ ਇਸ ਗੱਲ ਤੋਂ ਡਰਦਾ ਨਾ, ਆਪਣਿਆਂ ਨੂੰ ਪਰੇਸ਼ਾਨੀ ਇਲਾਮੇ 'ਚ ਲੈ ਕੇ ਇੱਥੇ ਆ ਗਿਆ। ਆਪਣਾ ਘਰ ਤੁਹਾਡੇ ਨਾਂ ਹੈ? ਹਾਂਜੀ ਸਾਰਾ ਕੁਝ ਮੇਰੇ ਨਾਲ। ਤੁਸੀਂ ਆਪਣੇ ਘਰ 'ਚ ਰਹੋ, ਤੁਸੀਂ ਬੇਟੀਆਂ ਨੂੰ ਕਾਹਤੋਂ ਦੇ? ਸਰ ਮੈਂ ਤੁਸੀਂ ਆਪ ਦਰਬਦਰ ਹੋ ਗਏ ਹੋ ਤੇ ਬੇਟੇ ਤੁਹਾਡੇ ਨਾਲ ਗਲਤ ਕਰਕੇ ਵੀ ਉੱਥੇ ਘਰ 'ਚ ਰਹਿ ਰਹੇ, ਤੁਸੀਂ ਫੁੱਟਪਾਥ ਤੇ ਆ ਗਏ। ਬਸ ਸਰ ਮੈਂ ਕੀ ਦੱਸਾਂ, ਮੈਂ ਜੇ ਉੱਚੀ ਬੋਲਾਂਗਾ ਤੇ ਮੈਨੂੰ ਹੀ ਬੁਰਾ ਖਿਤਾਬ ਦਿੱਤਾ ਜਾਣਾ ਹੈ ਕਿ बीवी हैगी? हाँ जी है। बीवी नहीं साथ? बीवी ने बड़ी कोशिश की, मैं दसिया मेरे दिमाग का ऑपरेशन सारे कटियाले जी पंजाब च इकट्ठे हुए ने, इन्होंने दिन सारे होते सन, 2 ऑपरेशन सन उनके दामाद दे। हाँ जी तो उनकी वजह ना मेरी बेटी सहरा सारे उत्थे पहुँचे सन। कोई बच्चा इस रफड़ा तफड़ी च मेरे मगर भी नहीं आ सकिया। बच्चे भी नहीं आ सके पीछे तो, लेकिन कोई तो आता पीछे, कोई तो साथ देता। इन्हों च एक दनान है वो आया पीछे, किरण का आदमी, राबिया का बंदा, इन्हें अपने राबिया ने अपने बंदे भी अंदर करवा दिता ते मैनू भी अंदर बंदे भी अंदर करवा दिता। क्यों मेरी मैच बोलिया कि इन्हें पैसे नहीं देने, झूठ मार दी है कि इन्हें पैसा को नहीं मेरे अब्बू ने देना, तो उन्होंने झूठ मार दी है। जी अपने बंदे की भी सगी नहीं तो बंदा उन्होंने फिर काहतों रखिया बंदे ने? मैं सारों उनकी 12 साल की पहली बच्ची है, बच्चे ने छोटे छोटे, मैं कोई यहो जी गल ही नहीं की कि सनी मैनू जो हवाला अड़ जिसना उदों कहना मैं घर छड़ देना। मैं नहीं पुत्र बच्चे रोलणगे, साड़ी थोड़ी तकलीफ ना तू घर बर्बाद करना अपना, तेरे बच्चे रोल जाएंगे। उन्हें मेरी मन तो लई है, घर बैठ गया अरमान नाल, लेकिन ये वेखे उन्होंने अगों मेरा सहारा उन्होंने कोई नज़र नहीं आ रहा तो ना मैनू आ रहा है। हुण तुसीं की सोचे हुण इत्थे रहो? फिर मैं अपना हुण जिंदगी तो सर मैं कहना कि तरीके नाल पूरी करांगा ना। घर जाओ, अपने घर जाके उन्होंने अपने थोड़ा अपना घर है, सब कुछ मेरा अपने ना जी। तो हुण बच्चियां नू के बाकी लोगों की पैगाम दोगे कि इस तरह मुआशरे च हर दूजे घर की कहानी होएगी? हाँ जी मैं इसे गल तो सर डर रहा वहाँ, लोगों को यह कहना वा कि जो घर एक खराब निकला ना तो फिर कहना पूरा एक मिसाल पंजाबी की जी आवे आवे वगड़िया, एक दूसरे में वेख के सारियां खराब हो जांदियां ने। जी नाज़रीन, आप देख सकते हैं एक बेबस बाप की कहानी कि किस तरह से ज़िंदगी भर मेहनत करके बच्चों को जवान करके उनकी शादियां की जाती हैं, बड़े मान से बड़े अरमान से की जाती हैं, और आगे से जो जिसको बेटी बना के लाया वो कह रहे हैं कि बेटी और बहू में फ़र्क नहीं होता, बहू में भी बेटी होती है। लेकिन वो कैसी बेटी थी कि जिसको इस बंदे में अपने बाप का चेहरा नहीं नज़र आया और उसने उसको 3 दिन, ईद के 3 दिन थाने में बंद करवा दिया सिर्फ 15,000 के लिए। सिर्फ 15,000 की क्या औकात थी? घर में सेटल डाउन भी कर सकते थे, माफ़ी मांग सकती थी, बाप ही था ना, माफ़ी मांग सकती थी, लेकिन नहीं,
لوگوں میں شاید آج خون سفید ہو چکے ہیں. وہ بیٹے کہ جو 6 بیٹوں کا باپ اگر وہ در بدر اس طرح سڑکوں پہ رول رہا ہے تو میرے خیال سے یہ سوالیہ نشان ہے. یہ اس معاشرے پر، ہماری اخلاقی اقدار پر، ہماری معاشرتی اقدار پر یہ سوالیہ نشان ہے. بہت شکریہ، اپنا خیال رکھیے گا. اللہ حافظ.